एक तारीख, एक देश, एक तिरंगा ते कई कुर्बानियां। 15 अगस्त 1947 ਜਦੋਂ गुलामी ਦੀਆਂ ਜ਼ੰਜੀਰਾਂ ਤੋੜ ਕੇ ਅਸੀਂ ਆਜ਼ਾਦੀ ਦਾ ਨਿੱਘ ਮਾਣਿਆ। ਕਈ ਇਸ ਤਰ੍ਹਾਂ ਦੇ ਯੋਧਾ, ਕਈ ਕ੍ਰਾਂਤੀਕਾਰੀ, ਕਈ ਇਸ ਤਰ੍ਹਾਂ ਦੇ ਲੀਡਰ ਜਿਨ੍ਹਾਂ ਨੇ ਜੇਲ੍ਹਾਂ ਵੀ ਕੱਟੀਆਂ ਨੇ ਤੇ ਫਾਂਸੀ ਦੇ ਫੰਦੇ ਤੇ ਵਿਚੜੇ ਨੇ। ਕਈ ਮਾਵਾਂ, ਕਈ ਵੀਰਾਂਗਨਾਵਾਂ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਆਪਣਾ ਇੱਕ ਵੱਡਾ ਯੋਗਦਾਨ ਪਾਇਆ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਗਗਨਦੀਪ ਕੌਰ ਤੇ ਅੱਜ ਚੱਲਦੇ ਆ उस दौर दे विच जदों हर गली दे विच इनकलाब सी, हर दिल दे अंदर एक सुपना सी आज़ाद भारत दा। कुर्बानियां बहुत सारियां हुईयां, बहुत सारे योधे सन, बहुत सारे क्रांतिकारी सन, रस्ते अलग अलग सन, लेकिन मंजिल इक्को ही, आज़ाद भारत। ਭਾਰਤ ਦੀ ਆਜ਼ਾਦੀ ਇੱਕ ਦਿਨ ਦੇ ਵਿੱਚ ਨਹੀਂ ਮਿਲੀ। 1857 ਦੀ ਬਗਾਵਤ ਤੋਂ ਲੈ ਕੇ 1947 ਤੱਕ ਦੇਸ਼ ਨੇ ਲੰਬਾ ਸੰਘਰਸ਼ ਦੇਖਿਆ। ਅੰਦੋਲਨ ਹੋਏ, ਜੇਲਾਂ ਭਰੀਆਂ ਗਈਆਂ, ਲਾਠੀਆਂ ਵਰੀਆਂ, ਗੋਲੀਆਂ ਚੱਲੀਆਂ ਤੇ ਕਈ ਕ੍ਰਾਂਤੀਕਾਰੀਆਂ ਨੇ ਹੱਸਦੇ ਹੱਸਦੇ ਫਾਂਸੀ ਦਾ ਫੰਦਾ ਕਬੂਲ ਕੀਤਾ। ਮਹਾਤਮਾ ਗਾਂਧੀ ਤੋਂ ਲੈ ਕੇ ਭਗਤ ਸਿੰਘ ਤੱਕ, ਸੁਭਾਸ਼ ਚੰਦਰ ਬੋਸ ਤੋਂ ਲੈ ਕੇ ਸਰਦਾਰ ਪਟੇਲ ਤੱਕ, ਰਾਣੀ ਲక్ష్ਮੀ ਬਾਈ ਤੋਂ ਲੈ ਕੇ ਕੈਪਟਨ ਲక్ష్ਮੀ ਸਹਿਗਲ ਤੱਕ ਇਹ ਕਹਾਣੀ ਹਜ਼ਾਰਾਂ ਚਿਹਰਿਆਂ ਦੀ ਹੈ। ਕੁਝ ਨਾਮ ਅਸੀਂ ਜਾਣਦੇ ਹਾਂ, ਪਰ ਲੱਖਾਂ ਅਜਿਹੇ ਲੋਕ ਵੀ ਨੇ ਜਿਨ੍ਹਾਂ ਦੀ ਕੋਈ ਤਸਵੀਰ ਇਤਿਹਾਸ ਦੇ ਵਿੱਚ ਨਹੀਂ ਬਚੀ ਹੈ। ਕਿਸਾਨ, ਮਜ਼ਦੂਰ, ਵਿਦਿਆਰਥੀ, ਮਹਿਲਾਵਾਂ, ਨੌਜਵਾਨ, ਹਰ ਵਰਗ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਸ ਲੜਾਈ ਦੇ ਵਿੱਚ ਹਿੱਸਾ ਪਾਇਆ ਤੇ ਫਿਰ ਆਇਆ 15 ਅਗਸਤ 1947। ਭਾਰਤ ਆਜ਼ਾਦ ਹੋ ਗਿਆ, ਪਰ ਆਜ਼ਾਦੀ ਦੇ ਨਾਲ ਵੰਡ ਦਾ ਦਰਦ ਵੀ ਆਇਆ। ਲੱਖਾਂ ਲੋਕ बेकार हो गए, परिवार विछड़े गए ते पंजाब दे समेत कई इलाकियां ने हिंसा दा भयानक दौर देखिया। इसलिए अज जदों असीं तिरंगा लहराउने आ, ये सिर्फ एक जश्न नहीं है, एक याद है उन्हां लोकां दी जिन्हां ने सानू आज़ादी दित्ती, उन्हां मावां दी जिन्हां ने अपने पुत्तर देश दे लई वार दित्ते, उन्हां नौजवानां दी जिन्हां ने अपने अज साडे कल दे लई कुर्बान कर दित्ता। ਤੇ ਸਾਡੀ ਜ਼ਿੰਮੇਵਾਰੀ ਵੀ ਹੈ ਕਿ ਇਸ ਆਜ਼ਾਦੀ ਦੇ ਲਈ ਇੰਨੀ ਵੱਡੀ ਕੀਮਤ ਅਦਾ ਕੀਤੀ ਗਈ, ਉਸ ਦੀ ਇੱਜ਼ਤ ਅਸੀਂ ਹਮੇਸ਼ਾ ਕਾਇਮ ਰੱਖੀਏ। ਤਿਰੰਗਾ ਸਿਰਫ ਲਹਿਰਾਉਣਾ ਨਹੀਂ ਹੈ, ਤਿਰੰਗੇ ਦੀ ਕਦਰ ਕਰਨੀ ਵੀ ਆਜ਼ਾਦੀ ਦਾ ਹਿੱਸਾ ਹੈ। ਦਿੱਲੀ ਦਾ ਲਾਲ ਕਿਲਾ ਜੋ ਕਿ ਆਜ਼ਾਦੀ ਦਾ ਪ੍ਰਤੀਕ ਬਣਿਆ, ਇਸ ਦੀਆਂ ਲਾਲ ਕੰਧਾਂ ਨੇ ਕਈ ਸਦੀਆਂ ਦੀਆਂ ਹੁਕੂਮਤਾਂ ਦੇਖੀਆਂ ਨੇ, ਮੁਗਲ ਸ਼ਾਸਨ ਤੋਂ ਲੈ ਕੇ ਅੰਗਰੇਜ਼ੀ ਹੁਕੂਮਤ ਤੱਕ, ਤੇ ਫਿਰ ਆਜ਼ਾਦੀ ਦਾ ਪ੍ਰਤੀਕ ਬਣਿਆ। ਆਜ਼ਾਦੀ ਦੇ ਸੰਘਰਸ਼ ਦੇ ਨਾਲ ਇਸ ਦਾ ਇਤਿਹਾਸ ਜੁੜਿਆ। 15 ਅਗਸਤ ਦੇ ਨਾਲ ਲਾਲ ਕਿਲੇ ਦੇ ਇਤਿਹਾਸ ਦੇ ਨਾਲ ਜੁੜੀ ਹੋਈ ਕਿਹੜੀ ਕੜੀ ਹੈ, ਆਓ ਨਜ਼ਰ ਪਾਉਂਦੇ ਹਾਂ। 17ਵੀਂ ਸਦੀ ਦੇ ਵਿੱਚ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਨਵੀਂ ਰਾਜਧਾਨੀ ਸ਼ਾਹਜਹਾਨਾਬਾਦ ਦੇ ਹਿੱਸੇ ਵਜੋਂ ਇਸ ਕਿਲੇ ਦਾ ਨਿਰਮਾਣ ਕਰਵਾਇਆ। ਅੱਜ ਇਹ ਯੂਨੈਸਕੋ ਵਿਸ਼ਵ ਹੈਰੀਟੇਜ ਸਾਈਟ ਹੈ। ਪਰ ਸਮੇਂ ਦੇ ਨਾਲ-ਨਾਲ ਲਾਲ ਕਿਲੇ ਦੀ ਪਹਿਚਾਣ ਸਿਰਫ ਮੁਗਲ ਸਲਤਨਤ ਤੱਕ ਸੀਮਿਤ ਨਹੀਂ ਰਹੀ। 1857 ਦੀ ਬਗਾਵਤ ਤੋਂ ਬਾਅਦ ਬਹਾਦਰ ਸ਼ਾਹ ਜ਼ਫਰ ਦਾ ਨਾਮ ਵੀ ਇਸ ਕਿਲੇ ਦੇ ਨਾਲ ਜੁੜਿਆ। ਫਿਰ ਬ੍ਰਿਟਿਸ਼ ਦੌਰ ਆਇਆ ਤੇ ਆਖਿਰ ਉਹ ਦਿਨ ਆਇਆ ਜਦੋਂ ਭਾਰਤ ਨੇ ਆਜ਼ਾਦੀ ਹਾਸਿਲ ਕੀਤੀ। ਇੱਥੇ ਇੱਕ ਦਿਲਚਸਪ ਇਤਿਹਾਸਿਕ ਗੱਲ ਹੈ। 15 ਅਗਸਤ 1947 ਦੇ ਪਹਿਲੇ ਇੰਡੀਪੈਂਡੈਂਸ ਡੇ ਦੇ ਮੌਕੇ ਤੇ ਜਨਤਕ ਸਮਾਗਮ ਹੋਇਆ ਤੇ ਤਿਰੰਗਾ ਪ੍ਰਿੰਸੈਸ ਪਾਰਕ ਜੋ ਕਿ ਅੱਜ ਦੇ ਵਿਜੇ ਚੌਂਕ ਦੇ ਨਜ਼ਦੀਕ ਲਹਿਰਾਇਆ ਗਿਆ ਸੀ। ਇਸ ਤੋਂ ਇੱਕ ਦਿਨ ਬਾਅਦ 16 ਅਗਸਤ ਨੂੰ ਜਵਾਹਰ ਲਾਲ ਨਹਿਰੂ ਨੇ ਲਾਲ ਕਿਲੇ ਤੋਂ ਤਿਰੰਗਾ ਲਹਿਰਾਇਆ ਤੇ ਫਿਰ ਲਾਲ ਕਿਲਾ ਬਣ ਗਿਆ। ਆਜ਼ਾਦ ਭਾਰਤ ਦੀਆਂ ਉਮੀਦਾਂ, ਚੁਣੌਤੀਆਂ ਤੇ ਸੰਕਲਪਾਂ ਦਾ ਮੰਚ। ਹਰ ਸਾਲ 15 ਅਗਸਤ ਨੂੰ ਜਦੋਂ ਪ੍ਰਧਾਨ ਮੰਤਰੀ ਲਾਲ ਕਿਲੇ ਦੀ ਪ੍ਰਾਚੀਰ ਤੋਂ ਤਿਰੰਗਾ ਲਹਿਰਾਉਂਦੇ ਨੇ ਤਾਂ ਸਿਰਫ ਇੱਕ ਰਸਮੀ ਕਾਰਵਾਈ ਨਹੀਂ ਹੁੰਦੀ, ਇਹ ਉਸ ਇਤਿਹਾਸ ਦੀ ਯਾਦ ਹੁੰਦੀ ਹੈ ਜਿੱਥੇ ਇੱਕ ਸਮੇਂ ਵਿਦੇਸ਼ੀ ਹੁਕੂਮਤ ਦਾ ਰਾਜ ਸੀ। ਅੱਜ ਉਸੇ ਕਿਲੇ ਤੋਂ ਭਾਰਤ ਖੁਦ ਆਪਣੀ ਕਹਾਣੀ ਦੁਨੀਆ ਭਰ ਨੂੰ ਸੁਣਾਉਂਦਾ ਹੈ। ਲਾਲ ਕਿਲਾ ਇਸ ਲਈ ਸਿਰਫ ਇੱਟਾਂ ਤੇ ਪੱਥਰਾਂ ਦਾ ਕਿਲਾ ਨਹੀਂ ਹੈ, ਇਹ ਗੁਲਾਮੀ ਤੋਂ ਆਜ਼ਾਦੀ ਤੱਕ ਦੇ ਭਾਰਤ ਦੀ ਯਾਤਰਾ ਦਾ ਪ੍ਰਤੀਕ ਹੈ। 14 ਅਗਸਤ 1947 ਘੜੀ ਦੀਆਂ ਸੂਈਆਂ ਰਾਤ 12 ਵਜੇ ਦੇ ਵੱਲ ਵਧ ਰਹੀਆਂ ਸੀ। ਹਰ ਕਿਸੇ ਨੂੰ ਉਹਨਾਂ ਪਲਾਂ ਦਾ ਇੰਤਜ਼ਾਰ ਸੀ ਜਿਸ ਦੇ ਲਈ ਇੱਕ ਲੰਬਾ ਸੰਘਰਸ਼ ਕੀਤਾ ਗਿਆ ਸੀ। ਪਰ ਇਹਨਾਂ ਖੁਸ਼ੀਆਂ ਦੇ ਨਾਲ ਕਿਸੇ ਦੇਸ਼ ਦੇ ਇੱਕ ਹਿੱਸੇ ਦੇ ਵਿੱਚ ਦਰਦ ਨੇ ਵੀ ਜਨਮ ਲਿਆ ਸੀ। ਉਹ ਦਰਦ ਸੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ। 14 ਅਗਸਤ 1947 ਦੀ ਉਹ ਰਾਤ ਕੀ ਹੋਇਆ ਸੀ, ਆਓ ਦੇਖਦੇ ਹਾਂ। 14 ਅਗਸਤ 1947 ਦੀ ਰਾਤ ਦਿੱਲੀ ਦੇ ਵਿੱਚ ਸੰਵਿਧਾਨ ਸਭਾ ਦੀ ਇਤਿਹਾਸਕ ਬੈਠਕ ਹੋ ਰਹੀ ਸੀ। ਸਾਲਾਂ ਦੀ ਗੁਲਾਮੀ ਤੋਂ ਬਾਅਦ ਭਾਰਤ ਇੱਕ ਨਵੇਂ ਦੌਰ ਦੇ ਵਿੱਚ ਦਾਖਲ ਹੋਣ ਵਾਲਾ ਸੀ। ਅੱਧੀ ਰਾਤ ਦੇ ਨਜ਼ਦੀਕ ਜਵਾਹਰ ਲਾਲ ਨਹਿਰੂ ਨੇ ਉਹ ਇਤਿਹਾਸਕ ਭਾਸ਼ਣ ਦਿੱਤਾ
ਜਿਸ ਨੂੰ ਅੱਜ ਟ੍ਰਾਈਸਟ ਵਿਦ ਡੈਸਟੀਨੀ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ। ਤੇ ਫਿਰ ਰਾਤ ਦੇ 12 ਵਜੇ ਭਾਰਤ ਆਜ਼ਾਦ ਹੋ ਗਿਆ। ਦੇਸ਼ ਦੇ ਕਰੋੜਾਂ ਲੋਕਾਂ ਦੇ ਲਈ ਇਸ ਸੁਪਨੇ ਦੇ ਸੱਚ ਹੋਣ ਦਾ ਪਲ ਸੀ। ਪਰ ਇਸ ਸਮੇਂ ਇਤਿਹਾਸ ਦਾ ਦੂਜਾ ਪੰਨਾ ਵੀ ਲਿਖਿਆ ਜਾ ਰਿਹਾ ਸੀ। ਭਾਰਤ ਦੀ ਵੰਡ ਹੋ ਚੁੱਕੀ ਸੀ। ਪੰਜਾਬ ਅਤੇ ਬੰਗਾਲ ਦੇ ਵਿੱਚ ਸਰਹੱਦਾਂ ਖਿੱਚੀਆਂ ਜਾ ਰਹੀਆਂ ਸਨ। ਲੋਕ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋ ਚੁੱਕੇ ਸਨ। ਪਰਿਵਾਰਾਂ ਨੂੰ ਨਹੀਂ ਸੀ ਪਤਾ ਕਿ ਅਗਲੀ ਸਵੇਰ ਉਹ ਕਿੱਥੇ ਹੋਣਗੇ। ਇੱਕ ਪਾਸੇ ਆਜ਼ਾਦੀ ਦੀ ਖੁਸ਼ੀ ਤਾਂ ਦੂਜੇ ਪਾਸੇ ਵੰਡ ਦਾ ਦਰਦ। ਇਹ ਵੀ ਇੱਕ ਅਜੀਬ ਇਤਿਹਾਸਿਕ ਸੱਚ ਹੈ ਕਿ 15 ਅਗਸਤ ਦੀ ਆਜ਼ਾਦੀ ਦੇ ਸਮੇਂ ਮਹਾਤਮਾ ਗਾਂਧੀ ਦਿੱਲੀ ਦੇ ਜਸ਼ਨ ਦੇ ਵਿੱਚ ਨਹੀਂ ਸਨ। ਉਹ ਕਲਕੱਤਾ ਦੇ ਵਿੱਚ ਹਿੰਦੂ ਮੁਸਲਿਮ ਹਿੰਸਾ ਨੂੰ ਰੋਕਣ ਤੇ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਲਈ 14 ਅਗਸਤ ਦੀ ਉਹ ਰਾਤ ਸਿਰਫ ਆਜ਼ਾਦੀ ਦੀ ਸ਼ੁਰੂਆਤ ਨਹੀਂ ਸੀ, ਇੱਕ ਪੁਰਾਣੇ ਭਾਰਤ ਦੇ ਖਤਮ ਹੋਣ ਤੇ ਇੱਕ ਨਵੇਂ ਭਾਰਤ ਦੇ ਜਨਮ ਦੀ ਰਾਤ ਸੀ। ਆਜ਼ਾਦੀ ਦੀ ਕੀਮਤ ਪੁੱਛੋ ਤਾਂ ਇਤਿਹਾਸ ਦੇ ਪੰਨੇ ਖੋਲੋ। ਉੱਥੇ ਤੁਹਾਨੂੰ ਉਹ ਨੌਜਵਾਨ ਮਿਲਣਗੇ ਜਿਨ੍ਹਾਂ ਦੀ ਹੱਸਣ ਖੇਡਣ ਦੀ ਉਮਰ ਸੀ, ਲੇਕਿਨ ਫਾਂਸੀ ਦੇ ਫੰਦੇ ਤੱਕ ਪਹੁੰਚ ਗਏ। ਉਹ ਆਗੂ ਮਿਲਣਗੇ ਜਿਨ੍ਹਾਂ ਨੇ ਜੇਲਾਂ ਕੱਟੀਆਂ। ਉਹ ਨੌਜਵਾਨ ਮਿਲਣਗੇ ਜਿਨ੍ਹਾਂ ਨੇ ਫਾਂਸੀ ਦੇ ਫੰਦੇ ਨੂੰ ਚੂਮਿਆ। ਉਹ ਮਾਵਾਂ ਮਿਲਣਗੀਆਂ, ਉਹ ਧੀਆਂ ਮਿਲਣਗੀਆਂ, ਉਹ ਭੈਣਾਂ ਮਿਲਣਗੀਆਂ ਜਿਨ੍ਹਾਂ ਨੇ ਇਸ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਤੇ ਆਜ਼ਾਦੀ ਹਾਸਲ ਕੀਤੀ। ਮਿਲਾਂਗੇ ਉਹਨਾਂ ਨੌਜਵਾਨਾਂ ਨੂੰ, ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਖਾਤਰ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਭਾਰਤ ਦੀ ਆਜ਼ਾਦੀ ਦੀ ਕਹਾਣੀ ਇੱਕ ਨਹੀਂ ਸਗੋਂ ਹਜ਼ਾਰਾਂ ਸੂਰਮਿਆਂ ਦੀ ਕਹਾਣੀ ਹੈ। ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਅਤੇ ਅਹਿੰਸਾ ਨੂੰ ਹਥਿਆਰ ਬਣਾਇਆ। ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਡਾਕਟਰ ਰਾਜੇਂਦਰ ਪ੍ਰਸਾਦ ਤੇ ਗੋਪਾਲ ਕ੍ਰਿਸ਼ਨ ਗੋਖਲੇ ਵਰਗੇ ਆਗੂਆਂ ਨੇ ਕੌਮੀ ਅੰਦੋਲਨ ਨੂੰ ਮਜ਼ਬੂਤ ਕੀਤਾ। ਬਾਲ ਗੰਗਾਧਰ ਤਿਲਕ, ਲਾਲਾ ਲਾਜਪਤ ਰਾਏ ਤੇ ਬਿਪਿਨ ਚੰਦਰਪਾਲ ਨੇ ਲੋਕਾਂ ਦੇ ਵਿੱਚ ਕੌਮੀ ਚੇਤਨਾ ਜਗਾਈ। ਤੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਲਾਲਾ ਲਾਜਪਤ ਰਾਏ ਦਾ ਨਾਮ ਸਭ ਤੋਂ ਅੱਗੇ ਆਉਂਦਾ ਹੈ। ਸਾਈਮਨ ਕਮਿਸ਼ਨ ਦੇ ਵਿਰੋਧ ਦੇ ਦੌਰਾਨ ਲਾਠੀ ਚਾਰਜ ਤੋਂ ਬਾਅਦ ਉਹਨਾਂ ਦੀ ਮੌਤ ਨੇ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਕ੍ਰਾਂਤੀ ਦੀ ਅੱਗ ਹੋਰ ਜ਼ਿਆਦਾ ਤੇਜ਼ ਕਰ ਦਿੱਤੀ। ਕਰਤਾਰ ਸਿੰਘ ਸਰਾਭਾ ਸਿਰਫ 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਚੜ੍ਹਨ ਵਾਲਾ ਉਹ ਨੌਜਵਾਨ ਜਿਸ ਨੇ ਗਦਰ ਲਹਿਰ ਦੇ ਵਿੱਚ ਸਰਗਰਮ ਭੂਮਿਕਾ ਨਿਭਾਈ। ਸਰਾਭਾ ਦਾ ਪ੍ਰਭਾਵ ਸ਼ਹੀਦ ਭਗਤ ਸਿੰਘ ਤੇ ਵੀ ਡੂੰਘਾ ਸੀ। ਫਿਰ ਆਉਂਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ। ਉਹਨਾਂ ਦੇ ਨਾਲ ਰਾਜਗੁਰੂ ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਅਤੇ ਬਟੁਕੇਸ਼ਵਰ ਦੱਤ ਵਰਗੇ ਕ੍ਰਾਂਤੀਕਾਰੀਆਂ ਨੇ ਅੰਗਰੇਜ਼ੀ ਹਕੂਮਤ ਨੂੰ ਚੁਣੌਤੀ ਦਿੱਤੀ। ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਖੜੀ ਕੀਤੀ, ਜਦਕਿ ਰਾਮ ਪ੍ਰਸਾਦ ਬਿਸਮਲ, ਅਸ਼ਫਾਕ ਉल्ला ਖਾਨ, ਰਾਜੇਂਦਰ ਲਾਹਿੜੀ ਤੇ ਰੋਸ਼ਨ ਸਿੰਘ ਨੇ ਕ੍ਰਾਂਤੀਕਾਰੀ ਅੰਦੋਲਨ ਦੇ ਵਿੱਚ ਆਪਣੀ ਜਾਨ ਕੁਰਬਾਨ ਕਰ ਦਿੱਤੀ। ਪੰਜਾਬ ਤੋਂ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲੇ ਬਾਗ ਦੇ ਕਤਲੇਆਮ ਦਾ ਬਦਲਾ ਲੈ ਕੇ ਦੁਨੀਆ ਨੂੰ ਆਪਣਾ ਸੰਦੇਸ਼ ਦਿੱਤਾ। ਅਜੀਤ ਸਿੰਘ, ਸੋਹਣ ਸਿੰਘ ਪਕਨਾ, ਲਾਲਾ ਹਰਦਿਆਲ ਤੇ ਗਦਰ ਲਹਿਰ ਦੇ ਨਾਲ ਜੁੜੇ ਅਨੇਕਾਂ ਪੰਜਾਬੀ ਕ੍ਰਾਂਤੀਕਾਰੀਆਂ ਨੇ ਵਿਦੇਸ਼ਾਂ ਦੇ ਵਿੱਚ ਰਹਿ ਕੇ ਵੀ ਆਜ਼ਾਦੀ ਦੀ ਲੜਾਈ ਜਾਰੀ ਰੱਖੀ। ਇਹ ਸਿਰਫ ਕੁਝ ਨਾਮ ਨੇ, ਅਸਲ ਦੇ ਵਿੱਚ ਇਸ ਲੜਾਈ ਦੇ ਵਿੱਚ ਹਜ਼ਾਰਾਂ ਅਜਿਹੇ ਸੂਰਮੇ ਸਨ ਜਿਨ੍ਹਾਂ ਦੇ ਨਾਮ ਸ਼ਾਇਦ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਨਾ ਮਿਲਣ, ਪਰ ਉਹਨਾਂ ਦੀ ਕੁਰਬਾਨੀ ਤੋਂ ਬਿਨਾਂ 15 ਅਗਸਤ 1947 ਦੀ ਸਵੇਰ ਸ਼ਾਇਦ ਕਦੇ ਨਾ ਆਉਂਦੀ। ਉਹਨਾਂ ਸਾਰੇ ਜਾਣੇ ਅਣਜਾਣੇ ਸੂਰਮਿਆਂ ਨੂੰ ਸਲਾਮ ਜਿਨ੍ਹਾਂ ਨੇ ਆਪਣਾ ਅੱਜ ਸਾਡੇ ਆਜ਼ਾਦ ਕੱਲ ਦੇ ਲਈ ਕੁਰਬਾਨ ਕਰ ਦਿੱਤਾ। ਆਜ਼ਾਦੀ ਦੀ ਲੜਾਈ ਦੇ ਵਿੱਚ ਸਿਰਫ ਮਰਦਾਂ ਨੇ ਯੋਗਦਾਨ ਨਹੀਂ ਸੀ ਪਾਇਆ, ਇਸ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਮਹਿਲਾਵਾਂ ਵੀ ਸਨ ਜਿਨ੍ਹਾਂ ਦੇ ਵਿੱਚੋਂ ਕਈਆਂ ਨੇ ਗੁਪਤ ਰੇਡੀਓ ਚਲਾਇਆ, ਕਿਸੇ ਨੇ ਤਲਵਾਰ ਫੜੀ, ਕਿਸੇ ਨੇ ਆਰਮੀ ਦੀ ਕਮਾਨ ਸੰਭਾਲੀ ਤੇ ਕਿਸੇ ਨੇ ਕਿਸੇ ਹੋਰ ਤਰੀਕੇ ਦੇ ਨਾਲ ਯੋਗਦਾਨ ਪਾਇਆ। ਆਓ ਇਹਨਾਂ ਮਹਿਲਾਵਾਂ ਤੇ ਵੀ ਨਜ਼ਰ ਪਾਈਏ। ਭਾਰਤ ਦੀ ਆਜ਼ਾਦੀ ਦੀ ਕਹਾਣੀ ਮਹਿਲਾਵਾਂ ਦੀ ਕੁਰਬਾਨੀ ਤੋਂ ਬਿਨਾਂ ਅਧੂਰੀ ਹੈ। ਸਭ ਤੋਂ ਪਹਿਲਾ ਨਾਮ ਆਉਂਦਾ ਹੈ ਰਾਣੀ ਲక్ష్ਮੀ ਬਾਈ ਦਾ। ਝਾਂਸੀ ਦੀ ਉਹ ਰਾਣੀ ਜਿਸ ਨੇ 1857 ਦੀ ਬਗਾਵਤ ਦੇ ਵਿੱਚ ਅੰਗਰੇਜ਼ੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਬੇਗਮ ਹਜ਼ਰਤ ਮਹਲ ਨੇ ਵੀ 1857 ਦੇ ਸੰਘਰਸ਼ ਦੇ ਦੌਰਾਨ ਲਖਨਊ ਦੇ ਵਿੱਚ ਬ੍ਰਿਟਿਸ਼ ਹਕੂਮਤ ਦੇ ਖਿਲਾਫ ਮੋਰਚਾ ਸੰਭਾਲਿਆ। ਆਜ਼ਾਦੀ ਦੇ ਅੰਦੋਲਨ ਦੇ ਅਗਲੇ ਪੜਾਅ ਦੇ ਵਿੱਚ ਸਰੋਜਨੀ ਨਾਇਡੂ ਨੇ ਸੱਤਿਆਗ੍ਰਹਿ ਤੇ ਕੌਮੀ ਅੰਦੋਲਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕਮਲਾ ਨਹਿਰੂ ਨੇ ਵੀ ਆਜ਼ਾਦੀ ਅੰਦੋਲਨ ਦੇ ਵਿੱਚ ਸਰਗਰਮ ਹਿੱਸਾ ਲਿਆ ਤੇ ਮਹਿਲਾਵਾਂ ਨੂੰ ਅੰਦੋਲਨ ਦੇ ਨਾਲ ਜੋੜਿਆ। 1942 ਦੇ ਵਿੱਚ ਅਰੁਣਾ ਆਸਫ ਅਲੀ ਨੇ ਕੁਇਟ ਇੰਡੀਆ ਮੂਵਮੈਂਟ ਦੇ ਦੌਰਾਨ ਤਿਰੰਗਾ ਲਹਿਰਾ ਕੇ ਅੰਦੋਲਨ ਨੂੰ ਨਵਾਂ ਹੌਸਲਾ ਦਿੱਤਾ। ਊਸ਼ਾ ਮਹਿਤਾ ਨੇ ਗੁਪਤ ਕਾਂਗਰਸ ਰੇਡੀਓ ਦੇ ਜ਼ਰੀਏ ਅੰਗਰੇਜ਼ੀ ਸੈਂਸਰਸ਼ਿਪ ਨੂੰ ਚੁਣੌਤੀ ਦਿੱਤੀ। ਮੈਡਮ ਪੀਕਾਜੀ ਕਾਮਾ ਨੇ ਵਿਦੇਸ਼ੀ ਧਰਤੀ ਤੇ ਭਾਰਤ ਦੀ ਆਜ਼ਾਦੀ ਦੀ ਆਵਾਜ਼ ਬੁਲੰਦ ਕੀਤੀ। ਤੇ ਫਿਰ ਆਉਂਦਾ ਹੈ ਪੰਜਾਬ ਦੇ ਨਾਲ ਜੁੜਿਆ ਇੱਕ ਬਹੁਤ ਹੀ ਪ੍ਰੇਰਨਾਦਾਇਕ ਨਾਮ ਗੁਲਾਬ ਕੌਰ। ਗਦਰ ਲਹਿਰ ਦੇ ਨਾਲ ਜੁੜੀ ਗੁਲਾਬ ਕੌਰ ਨੇ
ਵਿਦੇਸ਼ ਦੇ ਵਿੱਚ ਆਪਣੀ ਨਿੱਜੀ ਜ਼ਿੰਦਗੀ ਦੀਆਂ ਸਹੂਲਤਾਂ ਛੱਡ ਕੇ ਆਜ਼ਾਦੀ ਦੀ ਲੜਾਈ ਦੇ ਵਿੱਚ ਹਿੱਸਾ ਲਿਆ ਤੇ ਲੋਕਾਂ ਨੂੰ ਕ੍ਰਾਂਤੀ ਦੇ ਲਈ ਪ੍ਰੇਰਿਤ ਕੀਤਾ। ਪੰਜਾਬ ਦੀ ਹੀ ਦੁਰਗਾ ਭਾਬੀ यानी कि दुर्गा देवी वोहरा ने भी क्रांतिकारियों की मदद की ते भगत सिंह दे नाल जुड़े कई साहसी कामां दे विच अहम भूमिका निभाई। कैप्टन लक्ष्मी सहगल ने नेताजी सुभाष चंद्र बोस की आजाद हिंद फौज दे विच रानी झांसी रेजिमेंट की कमान संभाली ते इस तों इलावा प्रीतिलता वाडेदार, कल्पना दत्ता, सुचेता कृपलानी, रुक्मणी लक्ष्मीपति, पूर्णिमा बैनर्जी ते अनेका होर महिलावां ने आजादी दे अंदोलन दे विच अपना योगदान पाया। किसी ने मोर्चा संभालिया, किसी ने जेल कट्टी, किसी ने गुप्त सुनेहे पहुंचाए ते किसी ने अपनी जान तक कुर्बान कर दी। इन्हां महिलावां ने सिर्फ आजादी दी लड़ाई ही नहीं लड़ी, उन्होंने ये भी साबित कर दिता कि देश की आजादी की लड़ाई दे विच भारत दीयां धीआं भी बराबर दीआं सिपाही ने। उन्हां सारियां बहादुर महिलावां नूं सलाम जिन्हां दी हिम्मत ने आजाद भारत की नींह मजबूत की। अपनी मंजिल तक पहुंचने के लिए कोई भी मुकाम हासिल करने के लिए बहुत ज़्यादा जज्बे की, जोश की, हौसले की, मेहनत की जरूरत होंदी है ते कई बार इतिहास कुर्बानी भरिया भी हुंदा है। साडा देश अज आज़ाद है, असी आज़ाद फिजा दे विच साह लैंदे हां। आज़ादी घुलाटिया ने सानू आज़ाद भारत दिता ते हुण साडी ये जिम्मेदारी है कि असी इसनू बेहतर भारत किवें बनाईए। साडी हुण ये जिम्मेदारी है कि असी अपने जज्बे दे नाल, अपने हौसले दे नाल, अपने समय दे नाल, अपनी सोच दे नाल इस आज़ाद भारत दी आज़ादी नू बरकरार रखदे हो इसनू बेहतर भारत किवें बनाईए, इसनू तरक्की दीआं लीहां तक किवें पहुंचाईए। साडे सारे दर्शकों नू आज़ादी दिहाड़े दीआं बहुत बहुत मुबारकां। कैमरामैन रितेश भार्गव दे नाल मैं गगनदीप कौर, जय हिंद।